वाहिगुरू जी का खालसा वाहिगुरू जी की फतेह। फतेह टीवी ਦੇ ਸਟੂਡੀਓ ਤੋਂ ਮੈਂ ਹਾਂ ਰਾਜੇਸ਼ਵਰ ਕੌਰ ਆਪ ਜੀ ਦੀ ਸੇਵਾ ਵਿੱਚ ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਮੈਂ ਹਾਜ਼ਰ ਹਾਂ। ਇਸ ਪ੍ਰੋਗਰਾਮ ਰਾਹੀਂ ਅਸੀਂ ਆਪ ਜੀ ਦੀ ਮੁਲਾਕਾਤ ਕਰਾਉਂਦੇ ਹਾਂ ਪੰਥ ਦੀਆਂ ਉਹਨਾਂ ਸਿੰਘਣੀਆਂ ਨਾਲ, ਬੀਬੀਆਂ ਨਾਲ ਜੋ ਆਪੋ ਆਪਣੇ ਤੌਰ ਤੇ ਪੰਥ ਪ੍ਰਤੀ ਸੇਵਾਵਾਂ ਨਿਭਾ ਰਹੀਆਂ ਨੇ ਤੇ ਜੀਵਨ ਨੂੰ ਸਫਲਿਆਂ ਕਰ ਰਹੀਆਂ ਨੇ। ਸਿਰਫ ਆਪਣੇ ਆਪ ਲਈ ਨਹੀਂ, ਕਾਰਜ ਉਹ ਕਰਦੀਆਂ ਨੇ ਜਿਸ ਨਾਲ ਸਭਨਾਂ ਦਾ ਭਲਾ ਹੋ ਸਕੇ। ਆਉਣ ਵਾਲੀ ਜਨਰੇਸ਼ਨ, ਆਉਣ ਵਾਲੀ ਪੀੜ੍ਹੀ ਲਈ ਉਹ ਕੁਝ ਕਰ ਸਕਣ, ਇਹੋ ਜਿਹੇ ਕਾਰਜ ਇਹ ਬੀਬੀਆਂ ਨਿਭਾਉਂਦੀਆਂ ਨੇ। ਅੱਜ ਸਾਡੇ ਸਟੂਡੀਓ ਵਿੱਚ ਜੋ ਸਿੰਘਣੀ ਮੌਜੂਦ ਨੇ, ਤਸ਼ਰੀਫ ਰੱਖ ਰਹੇ ਨੇ, ਆਓ ਉਹਨਾਂ ਨਾਲ ਆਪ ਜੀ ਦਾ ਤਾਰੁਫ ਕਰਵਾਈਏ। ਉਹਨਾਂ ਦਾ ਨਾਮ ਹੈ ਬੀਬੀ ਜਸਵਿੰਦਰ ਕੌਰ ਜੀ। ਤੇ ਗੱਲਬਾਤ ਦਾ ਸਿਲਸਿਲਾ ਜਾਰੀ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਦਾ ਆਦਾਨ ਪ੍ਰਦਾਨ। ਬੀਬੀ ਜਸਵਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਜਸਵਿੰਦਰ ਕੌਰ ਜੀ, ਕੁਛ ਵੀ ਕਹਿਣ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਇਸ ਤੋਂ ਪਹਿਲਾਂ ਕਿ ਮੈਂ ਆਪ ਜੀ ਬਾਰੇ ਆਪਣੇ ਸੁਣਨ ਵਾਲੇ, ਦੇਖਣ ਵਾਲੇ ਦਰਸ਼ਕਾਂ ਨੂੰ ਕੁਛ ਕਹਾਂ, ਆਪ ਜੀ ਆਪਣੇ ਲਫ਼ਜ਼ਾਂ ਵਿੱਚ ਆਪਣੇ ਬਾਰੇ ਸਾਨੂੰ ਜਾਣਕਾਰੀ ਦਿਓ। ਮੇਰਾ ਨਾਮ ਜਸਵਿੰਦਰ ਕੌਰ ਹੈ ਜੀ। ਮੇਰਾ ਜਨਮ ਅੰਮ੍ਰਿਤਸਰ ਦਾ ਔਰ ਮੇਰੀ ਪੜ੍ਹਾਈ ਅੰਮ੍ਰਿਤਸਰ ਦੀ ਹੈ। ਮੇਰੇ ਮਾਤਾ ਪਿਤਾ, ਘਰ ਦਾ ਮਾਹੌਲ ਮੇਰੇ ਬਚਪਨ ਤੋਂ ਤੇ ਗੁਰਮਤ ਵਾਲਾ ਨਹੀਂ ਸੀ, ਪਰ ਕੁਝ ਸਮੇਂ ਬਾਅਦ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਜਿਨ੍ਹਾਂ ਦੀ ਸੰਗਤ ਕਰਕੇ ਮੇਰੇ ਮਾਤਾ ਜੀ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਦੇ ਪ੍ਰਭਾਵ ਅਧੀਨ ਮੈਂ ਅੰਮ੍ਰਿਤ ਛਕਣ ਦੀ ਤਾਂਘ ਮੇਰੇ ਅੰਦਰ ਵੀ ਪੈਦਾ ਹੋਈ ਔਰ ਮੈਂ ਬਾਰ-ਬਾਰ ਬੇਨਤੀ ਕਰਦੀ ਸੀ ਕਿ ਮੈਨੂੰ ਅੰਮ੍ਰਿਤ ਛਕਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਮੇਰੇ ਪਿਤਾ ਜੀ ਮੇਰੀ ਇਸ ਗੱਲ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੇ ਸੀ। ਉਹਨਾਂ ਦਾ ਸੋਚਣਾ ਇਹ ਸੀ ਵੀ ਅੰਮ੍ਰਿਤ ਛਕ ਲਏਂਗੀ ਤੇ ਅੱਗੋਂ ਪਤਾ ਨਹੀਂ ਪਰਿਵਾਰ ਕਿੱਦਾਂ ਦਾ ਮਿਲੇ। ਪਰ ਮੇਰੀ ਤਾਂਘ ਜ਼ਿਆਦਾ ਸੀ। ਮੈਨੂੰ ਲੱਗਦਾ ਸੀ ਕਿ ਗੁਰੂ ਸਾਹਿਬ ਨੇ ਇਹ ਦਾਤ ਦੇਣੀ ਹੈ ਤੇ ਮੈਂ ਲੈਣੀ ਹੈ ਤੇ ਇਸ ਵਿੱਚ ਕੋਈ ਵੀ ਰੁਕਾਵਟ ਨਹੀਂ ਬਣ ਸਕਦਾ। ਸੋ ਮੈਂ ਹਮੇਸ਼ਾ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਔਰ ਮੈਂ ਗੁਰੂ ਸਾਹਿਬ ਅੱਗੇ ਇੱਕ ਹੀ ਅਰਦਾਸ ਕਰਦੀ ਸੀ ਕਿ ਸੱਚੇ ਪਾਤਸ਼ਾਹ ਮੈਨੂੰ ਦੁਬਾਰਾ ਇਹਨਾਂ ਨੂੰ ਪੁੱਛਣਾ ਨਾ ਪਵੇ। ਤੁਸੀਂ ਇਸ ਤਰ੍ਹਾਂ ਦੀ ਕਿਰਪਾ ਕਰਨੀ ਹੈ ਕਿ ਮੈਨੂੰ ਆਪਣੇ ਆਪ ਇਜਾਜ਼ਤ ਦੇ ਦੇਣ। ਸੋ ਇਸੇ ਤਰ੍ਹਾਂ ਹੀ ਹੋਇਆ। ਮੇਰੇ ਪਿਤਾ ਜੀ ਨੇ ਮੈਨੂੰ ਆਪਣੇ ਆਪ ਇੱਕ ਦਿਨ ਬੈਠੇ ਬੈਠੇ ਕਿਹਾ ਕਿ ਤੂੰ ਅੰਮ੍ਰਿਤ ਛਕ ਲੈ ਔਰ ਮੇਰੇ ਲਈ ਉਹ ਬੜੀ ਹੈਰਾਨੀ ਵਾਲੀ ਗੱਲ ਸੀ। ਇਸੇ ਤਰ੍ਹਾਂ ਹੀ ਕਰਦੇ ਕਰਦੇ ਫਿਰ ਮੈਨੂੰ ਦਸਤਾਰ ਸਜਾਉਣ ਦੀ ਤਾਂਘ ਮਨ ਵਿੱਚ ਹੋਈ, ਕਿਉਂਕਿ ਮੈਨੂੰ ਸਾਦਗੀ ਬਹੁਤ ਪਸੰਦ ਸੀ ਔਰ ਮੈਨੂੰ ਲੱਗਦਾ ਸੀ ਕਿ ਜੇ ਦਸਤਾਰ ਸਜਾਵਾਂਗੀ ਤਾਂ ਮੈਨੂੰ ਪਰਿਵਾਰ ਵੀ ਉਸ ਤਰ੍ਹਾਂ ਦਾ ਹੀ ਮਿਲੇਗਾ ਔਰ ਮੈਨੂੰ ਕੋਈ ਵੀ ਮਜਬੂਰ ਨਹੀਂ ਕਰੇਗਾ ਕਿ ਅਸੀਂ ਜਿਵੇਂ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਲਿਬਾਸ ਜਾਂ ਮੇਕਅਪ ਹੈ ਜਾਂ ਗਹਿਣੇ ਹੈ, ਵੀ ਮੈਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਨਫ਼ਰਤ ਸੀ। ਮੈਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ ਸੀ। ਸੋ ਫਿਰ ਉਹੀ ਹਾਲਾਤ ਦੁਬਾਰਾ ਆਏ। ਫਿਰ ਮੈਂ ਦਸਤਾਰ ਸਜਾਉਣ ਦੀ ਫਰਮਾਇਸ਼ ਰੱਖੀ ਤੇ ਫਿਰ ਉਹੀ ਡਾਂਟ ਮਿਲੀ ਕਿ ਪਤਾ ਨਹੀਂ ਅੱਗੋਂ ਘਰ ਕਿੱਦਾਂ ਦਾ ਮਿਲੇਗਾ, ਅਸੀਂ ਤੈਨੂੰ ਇਹ ਇਜਾਜ਼ਤ ਨਹੀਂ ਦੇ ਸਕਦੇ। ਤਾਂ ਫਿਰ ਮੇਰੀ ਦੁਬਾਰਾ ਇਹੀ ਅਰਦਾਸ ਸੀ, ਸੱਚੇ ਪਾਤਸ਼ਾਹ ਪਹਿਲੇ ਤੁਸੀਂ ਕਿਰਪਾ ਕੀਤੀ ਹੈ ਤੇ ਹੁਣ ਵੀ ਤੁਸੀਂ ਕਰਨੀ ਹੈ। ਔਰ ਵਾਕਿਆ ਹੀ ਦੁਬਾਰਾ ਵੀ ਉਸੇ ਤਰ੍ਹਾਂ ਹੀ ਹੋਇਆ। ਮੇਰੇ ਪਿਤਾ ਜੀ ਨੇ ਮੈਨੂੰ ਇਜਾਜ਼ਤ ਦਿੱਤੀ, ਮੈਂ ਦਸਤਾਰ ਸਜਾਈ ਔਰ ਉਸ ਤੋਂ 8 ਮਹੀਨੇ ਬਾਅਦ ਮੇਰਾ ਆਨੰਦ ਕਾਰਜ ਹੋਇਆ ਔਰ ਮੈਨੂੰ ਵਾਕਿਆ ਹੀ ਉਸ ਤਰ੍ਹਾਂ ਦਾ ਪਰਿਵਾਰ ਮਿਲਿਆ ਜਿਵੇਂ ਮੈਂ ਚਾਹੁੰਦੀ ਸੀ। ਮੇਰੇ ਸਹੁਰੇ ਪਰਿਵਾਰ ਵਿੱਚ ਸਾਰਿਆਂ ਨੇ ਹੀ ਦਸਤਾਰ ਸਜਾਈ ਹੋਈ ਸੀ। ਮਾਤਾ ਜੀ, ਮੇਰੇ ਇਹਨਾਂ ਦੀਆਂ ਭੈਣਾਂ, ਸਭ ਨੇ ਦਸਤਾਰ ਸਜਾਈ ਹੋਈ ਸੀ ਔਰ ਮੇਰੇ ਲਈ ਇਹ ਅਤਿਅੰਤ ਖੁਸ਼ੀ ਵਾਲੀ ਗੱਲ ਵੀ ਸੀ। ਆਨੰਦ, ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗੀ ਕਿ ਆਨੰਦ ਕਾਰਜ ਤੋਂ ਕੁਝ ਸਾਲਾਂ ਬਾਅਦ ਇੱਕ ਦਿਨ ਅਚਨਚੇਤ ਮੈਂ ਆਪਣੇ ਸਿੰਘ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਅੰਮ੍ਰਿਤ ਕਦੋਂ ਛਕਿਆ ਸੀ? ਤੇ ਜਦੋਂ ਉਹਨਾਂ ਨੇ ਮੈਨੂੰ ਉਹ ਦਿਨ ਔਰ ਤਰੀਕ ਦੱਸੀ ਤਾਂ ਮੇਰੇ ਹੈਰਾਨੀ ਦੀ ਗੱਲ ਇਹ ਸੀ ਕਿ ਜਿਸ ਦਿਨ ਮੈਂ ਅਰਦਾਸ ਕਰਨੀ ਸ਼ੁਰੂ ਕੀਤੀ ਸੀ ਕਿ ਮੈਨੂੰ ਦਸਤਾਰ ਦੀ ਦਾਤ ਗੁਰੂ ਸਾਹਿਬ ਦੇਣੀ ਹੈ ਤੁਸੀਂ, ਤੇ ਪਰਿਵਾਰ ਕਿੱਦਾਂ ਦਾ ਅੱਗੋਂ ਤੁਸੀਂ ਦੇਣਾ ਹੈ, ਤੁਹਾਡੀ ਜ਼ਿੰਮੇਵਾਰੀ ਹੈ। ਉਸ ਤੋਂ ਬਾਅਦ ਪਹਿਲਾਂ ਮੇਰੇ ਸਿੰਘ ਸਾਹਿਬ ਨੇ ਅੰਮ੍ਰਿਤ ਛਕਿਆ ਔਰ ਮੈਂ, ਅਗਰ ਉਸ ਤਰੀਕਾਂ ਨੂੰ ਅਸੀਂ ਮਿਲਾਈਏ, ਸਿੰਘ ਸਾਹਿਬ ਨੇ ਅੰਮ੍ਰਿਤ ਪਹਿਲੇ ਛਕਿਆ, ਮੈਂ ਬਾਅਦ ਵਿੱਚ ਛਕਿਆ ਔਰ ਉਸ ਤੋਂ ਫਿਰ 8 ਮਹੀਨੇ ਬਾਅਦ ਸਾਡਾ ਆਨੰਦ ਕਾਰਜ ਹੋਇਆ। ਸੋ ਉਹ ਮੇਰੇ ਲਈ ਬਹੁਤ ਹੀ ਵਿਗਾਸ ਤੇ ਖੁਸ਼ੀ ਵਾਲੀ ਗੱਲ ਸੀ ਵੀ ਗੁਰੂ ਸਾਹਿਬ ਐਦਾਂ ਸੁਣਦੇ ਨੇ। ਅਸੀਂ ਆਮ ਤੌਰ ਤੇ ਇਹ ਗੱਲ ਕਹਿੰਦੇ ਹਾਂ ਕਿ ਬੱਚਿਆਂ ਨੂੰ ਅੰਮ੍ਰਿਤ ਨਾ ਛਕਾਓ, ਬੱਚਿਆਂ ਨੂੰ ਦਸਤਾਰ ਨਾ ਸਜਾਓ, ਪਤਾ ਨਹੀਂ ਇਹਨਾਂ ਨੂੰ ਆਉਣ ਵਾਲਾ ਪਰਿਵਾਰ ਕਿੱਦਾਂ ਦਾ ਮਿਲੇਗਾ।
ਪਰ ਮੈਨੂੰ ਇੱਕ ਗੱਲ ਸਮਝ ਆਉਂਦੀ ਹੈ ਕਿ ਅਸੀਂ ਜਦੋਂ ਆਪਣੀ ਬੱਚੀ ਦਾ ਰਿਸ਼ਤਾ ਕਰਨ ਜਾਂਦੇ ਹਾਂ ਅਸੀਂ ਕਿੰਨਾ ਕੁਝ ਮਿਲਾਉਂਦੇ ਹਾਂ। ਜੇ ਅਸੀਂ ਉਦੋਂ ਇੱਕ ਚੀਜ਼ ਇਹ ਮਿਲਾ ਲਈਏ ਕਿ ਸਾਡੀ ਬੱਚੀ ਅੰਮ੍ਰਿਤਧਾਰੀ ਹੈ ਤੇ ਇਸ ਨੂੰ ਅੰਮ੍ਰਿਤਧਾਰੀ ਵਰ ਮਿਲ ਜਾਵੇ ਤੇ ਮੈਨੂੰ ਲੱਗਦਾ ਬਾਕੀ ਚੀਜ਼ਾਂ ਮਿਲਾਉਣ ਦੀ ਲੋੜ ਨਹੀਂ ਰਹਿ ਜਾਂਦੀ। ਇਹ ਵਿਚਾਰ ਆਪ ਜੀ ਨਾਲ ਸਾਂਝਿਆਂ ਕਰ ਰਹੇ ਨੇ ਬੀਬੀ ਜਸਪਿੰਦਰ ਕੌਰ ਜੀ, ਜਿਨ੍ਹਾਂ ਦੱਸਿਆ ਕਿ ਕਿਵੇਂ ਉਹਨਾਂ ਦੇ ਪਰਿਵਾਰ ਵਿੱਚ ਸਿੱਖੀ ਸਰੂਪ ਜਾਂ ਅੰਮ੍ਰਿਤ ਪਾਣ ਲਈ ਉਹਨਾਂ ਨੂੰ ਇਜਾਜ਼ਤ ਲੈਣੀ ਪਈ। ਇਹ ਕੀ ਰੀਜ਼ਨ ਹੈ ਭੈਣ ਜੀ? ਮੈਂ ਆਪ ਜੀ ਤੋਂ ਪੁੱਛਣਾ ਚਾਹਾਂਗੀ ਕਿ ਗੁਰਸਿੱਖ ਪਰਿਵਾਰਾਂ ਵਿੱਚ ਜਨਮ ਲੈਣ ਦੇ ਬਾਵਜੂਦ ਵੀ ਸਾਡੇ ਮਾਤਾ ਪਿਤਾ ਨੂੰ ਜਿਨ੍ਹਾਂ ਪਰਿਵਾਰਾਂ ਵਿੱਚ ਅਸੀਂ ਜਾਣਾ ਹੈ ਉਹਨਾਂ ਦੀ ਫਿਕਰ ਹੁੰਦੀ ਹੈ। ਕੀ ਸਾਨੂੰ ਇਹ ਨਹੀਂ ਲੱਗਦਾ ਕਿ ਜੇ ਸਾਡੀ ਬੱਚੀ ਗੁਰਸਿੱਖ ਹੈ ਤੇ ਅਸੀਂ ਇਸ ਗੱਲ ਤੇ ਟਿਕੀਏ ਕਿ ਉਹਨੂੰ ਗੁਰਸਿੱਖ ਹੀ ਮਿਲੇਗਾ? ਬਿਲਕੁਲ ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ। ਮੈਂ ਵੀ ਇਹੀ ਸੋਚ ਕੇ ਪਹਿਲਾਂ ਹੀ ਦਸਤਾਰ ਸਜਾਈ ਸੀ ਕਿ ਜਿਸ ਪਰਮਾਤਮਾ ਨੇ ਮੈਨੂੰ ਇਹ ਦਾਤ ਦੇਣੀ ਹੈ ਤੇ ਉਹ ਮੇਰੇ ਲਈ ਪਰਿਵਾਰ ਵੀ ਉਦਾਂ ਦਾ ਹੀ ਹੋਏਗਾ ਉਸ ਕੋਲ। ਸੋ ਵਾਕਿਆ ਹੀ ਉਹ ਮੇਰੇ ਨਾਲ ਉਦਾਂ ਹੀ ਹੋਇਆ। ਔਰ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਬਾਕੀ ਵੀ ਮਤਲਬ ਅਸੀਂ ਆਮ ਤੌਰ ਤੇ ਇਸ ਗੱਲ ਨੂੰ ਅਸੀਂ ਨਾ ਲਈਏ ਕਿ ਸਾਡੀ ਬੱਚੀ ਅੰਮ੍ਰਿਤਧਾਰੀ ਹੈ ਤੇ ਇਸ ਨੂੰ ਪਤਾ ਨਹੀਂ ਕਿੱਦਾਂ ਦਾ ਵਰ ਮਿਲੇਗਾ। ਮੈਨੂੰ ਲੱਗਦਾ ਜਿੱਥੇ ਅਸੀਂ ਜਾਤ, ਬੱਚੀ ਦਾ ਸੁਭਾਅ, ਅੱਗੇ ਪਰਿਵਾਰ ਵਿੱਚ ਅਸੀਂ ਕਿਸ ਤਰ੍ਹਾਂ ਦਾ ਭੇਜ ਰਹੇ ਹਾਂ, ਅਸੀਂ ਅੱਜ ਮਤਲਬ ਜੋ ਸਮਾਂ ਚੱਲ ਰਿਹਾ ਹੈ ਉਸ ਵਿੱਚ ਅਸੀਂ ਦੇਖਦੇ ਹਾਂ ਅਸੀਂ ਤਰ੍ਹਾਂ ਤਰ੍ਹਾਂ ਦੇ ਸਾਡੀ ਮਨਸਾ ਹੈ। ਬੱਚੀ ਜਿੱਥੇ ਜਾ ਰਹੀ ਹੈ ਉਹ ਪਰਿਵਾਰ ਸਿੰਗਲ ਹੋਵੇ ਜਾਂ ਪਰਿਵਾਰ ਦੀ ਆਹ ਖੁਆਇਸ਼ ਹੋਵੇ, ਮੁੰਡੇ ਨੇ ਆਹ ਕੀਤੀ ਹੋਵੇ। ਮੈਨੂੰ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਇਹ ਹੈ, ਸਾਡੇ ਲਈ ਇਹ ਜ਼ਰੂਰੀ ਹੈ ਕਿ ਸਾਡੀ ਬੱਚੀ ਅੰਮ੍ਰਿਤਧਾਰੀ ਹੈ ਤੇ ਸਾਨੂੰ ਅੱਗੋਂ ਵਰ ਅੰਮ੍ਰਿਤਧਾਰੀ ਮਿਲ ਜਾਏ। ਅਗਰ ਆਪਸ ਵਿੱਚ ਵਿਚਾਰ ਮਿਲ ਜਾਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਗ੍ਰਸਥ ਨਿਭਾਣੀ ਔਖੀ ਹੈ। ਸਤ ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹਾਂਗੀ ਕਿ ਆਪ ਜੀ ਦੀ ਅਰਦਾਸ ਸਤਿਗੁਰੂ ਨੇ ਸੁਣ ਲਈ। ਸਤਿਗੁਰੂ ਅਰਦਾਸ ਸਭ ਦੀ ਸੁਣਦਾ ਹੈ। ਅਰਦਾਸ ਸਵਾਸ ਤੋਂ ਵੀ ਵੱਧ ਤੀਬਰਤਾ ਨਾਲ ਸਤਿਗੁਰੂ ਕੋਲ ਪਹੁੰਚਦੀ ਹੈ। ਗੁਣੀ ਨਿਦਾਨ ਸਤਿਗੁਰੂ ਸਭਨਾਂ ਦੀਆਂ ਸੁਣਦਾ ਹੈ। ਅੱਜ ਦੇ ਸਮੇਂ ਵਿੱਚ ਕੀ ਰੀਜ਼ਨ ਹੈ ਕਿ ਜੇ ਗੁਰਸਿੱਖ ਲੜਕਾ ਹੈ ਤੇ ਉਸ ਨੂੰ ਗੁਰਸਿੱਖ ਲੜਕੀ ਨਹੀਂ ਮਿਲਦੀ? ਜੇ ਗੁਰਸਿੱਖ ਪੂਰਨ ਗੁਰਸਿੱਖ ਅੰਮ੍ਰਿਤਧਾਰੀ ਕੇਸਕੀ ਖਾਸ ਕਰਕੇ ਸਜਾਈ ਲੜਕੀ ਹੈ ਤੇ ਉਸ ਨੂੰ ਉਸ ਤਰ੍ਹਾਂ ਦਾ ਲੜਕਾ ਨਹੀਂ ਮਿਲਦਾ? ਇਹ ਕੀ ਪ੍ਰੋਬਲਮ ਹੈ? ਵਾਟ ਇਜ਼ ਦ ਰੀਜ਼ਨ ਬਿਹਾਈਂਡ? ਮੈਨੂੰ ਨਹੀਂ ਲੱਗਦਾ ਕਿ ਮਿਲਣ ਵਿੱਚ ਕੋਈ ਕਮੀ ਹੈ। ਬਸ ਗੱਲ ਸਾਡੀ ਤਾਂਘ ਦੀ ਹੈ, ਸਾਡਾ ਪਰਮਾਤਮਾ ਤੇ ਭਰੋਸਾ ਕਿਸ ਲੈਵਲ ਤੱਕ ਹੈ। ਜੇ ਭਰੋਸਾ ਹੈ ਤਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਿਸ ਮੌਕੇ ਅਰਦਾਸ ਕਰਦੀ ਰਹੀ, ਮੈਨੂੰ ਜਦੋਂ ਦਸਤਾਰ ਦੀ ਦਾਤ ਮਿਲੀ, ਮੇਰੇ ਸਿੰਘ ਸਾਹਿਬ ਨੇ ਅੰਮ੍ਰਿਤ ਪਹਿਲੇ ਛਕਿਆ ਜਦੋਂ ਕਿ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਰਿਸ਼ਤਾ ਕਿੱਥੇ ਹੋਣਾ ਹੈ। ਸੋ ਮੇਰੇ ਸਿੰਘ ਸਾਹਿਬ ਨੇ ਅੰਮ੍ਰਿਤ ਪਹਿਲੇ ਛਕਿਆ, ਪਰਿਵਾਰ ਨੇ ਅੰਮ੍ਰਿਤ ਪਹਿਲੇ ਛਕਿਆ। ਜਿਸ ਪਰਿਵਾਰ ਵਿੱਚ ਮੈਂ ਆਣਾ ਸੀ ਗੁਰੂ ਸਾਹਿਬ ਨੇ ਉਹ ਪਰਿਵਾਰ ਮੇਰੇ ਤੋਂ ਪਹਿਲਾਂ ਤਿਆਰ ਕੀਤਾ। ਸੋ ਮੈਨੂੰ ਲੱਗਦਾ ਹੈ ਕਿ ਉੱਥੇ ਭਰੋਸੇ ਦੀ ਲੋੜ ਹੈ। ਸਾਨੂੰ ਪਰਮਾਤਮਾ ਤੇ ਭਰੋਸਾ ਕਰ ਲੈਣਾ ਚਾਹੀਦਾ ਹੈ ਕਿ ਜੇ ਸਾਡੀ ਬੱਚੀ ਅੰਮ੍ਰਿਤਧਾਰੀ ਹੈ ਤਾਂ ਇਸ ਨੂੰ ਅੰਮ੍ਰਿਤਧਾਰੀ ਵਰ ਉਦਾਂ ਦਾ ਲੱਭੇਗਾ। ਔਰ ਜੇ ਕਿਤੇ ਮੁਸ਼ਕਿਲ ਆਂਦੀ ਵੀ ਹੈ ਤਾਂ ਸਾਨੂੰ ਹੌਸਲੇ ਨਾਲ ਥੋੜਾ ਸਬਰ ਕਰ ਲੈਣਾ ਚਾਹੀਦਾ ਹੈ। ਕਾਲ ਨਹੀਂ ਕਰਨੀ ਚਾਹੀਦੀ ਕਿ ਹੁਣ ਵਰ ਨਹੀਂ ਮਿਲ ਰਿਹਾ, ਠੀਕ ਹੈ ਜੀ ਫਟਾਫਟ ਦੀ ਦਸਤਾਰ ਉਤਰਵਾਓ, ਕਿਤੇ ਹੋਰ ਰਿਸ਼ਤਾ ਕਰ ਦਿਓ ਜੀ। ਸੋ ਉੱਥੇ ਭਰੋਸੇ ਦੀ, ਵਿਸ਼ਵਾਸ ਦੀ। ਸੱਚ ਕਹਿ ਰਹੇ ਨੇ ਕਿ ਸਭ ਤੋਂ ਪਹਿਲਾਂ ਸਾਨੂੰ ਲੋੜ ਹੈ ਵਿਸ਼ਵਾਸ ਦੀ, ਭਰੋਸੇ ਦੀ ਕਿ ਉਹ ਸਤਿਗੁਰੂ ਸਾਡੀ ਵੀ ਸੁਣੇਗਾ। ਜੇ ਉਸਨੇ ਸਾਨੂੰ ਦੁਨੀਆ ਵਿੱਚ ਭੇਜਿਆ ਹੈ ਤੇ ਯਕੀਨਨ ਮਾਤਾ ਪਿਤਾ ਦੇ ਜੋ ਡਰ ਨੇ, ਜੋ ਖੌਫ ਨੇ, ਅੱਜ ਕੱਲ੍ਹ ਬਹੁਤਾਤ ਵਿੱਚ ਜਿੱਥੇ ਇੱਕ ਪਾਸੇ ਸਾਡੇ ਜਨਰੇਸ਼ਨ ਵਿੱਚ ਲੜਕੀਆਂ ਬਹੁਤ ਮਾਡਰਨ ਬਣਨੀਆਂ ਚਾਹੁੰਦੀਆਂ ਨੇ। ਮੈਨੂੰ ਤੇ ਅੱਜ ਕੱਲ੍ਹ ਮਾਡਰਨ ਦੀ ਡੈਫੀਨੇਸ਼ਨ ਹੀ ਸਮਝ ਨਹੀਂ ਆਈ ਕਿ ਵਾਟ ਇਜ਼ ਮਾਡਰਨਿਜ਼ਮ। ਮੇਰੇ ਖਿਆਲ ਵਿੱਚ, ਕਿਉਂਕਿ ਮੈਂ ਆਪ ਇੱਕ ਬਾਹਰਲੇ ਮੁਲਕ ਤੋਂ ਹਾਂ, ਮਾਡਰਨਿਜ਼ਮ ਇਜ਼ ਨਾਟ ਜੋ ਤੁਸੀਂ ਦਿਸਦੇ ਹੋ। ਬਾਹਰਲੇ ਜਾਂ ਵੈਸਟਰਨ ਕੱਪੜੇ ਪਾ ਲੈਣ ਨਾਲ ਤੁਸੀਂ ਮਾਡਰਨ ਨਹੀਂ ਹੁੰਦੇ। ਮਾਡਰਨਿਜ਼ਮ ਇਜ਼ ਦਿਮਾਗੀ ਤੌਰ ਤੇ ਤੁਸੀਂ ਕਿੰਨੇ ਵਿਕਸਿਤ ਹੋ, ਤੁਹਾਡੇ ਵਿਚਾਰ ਕੀ ਨੇ, ਤੁਹਾਡੇ ਖਿਆਲ ਕੀ ਨੇ, ਕਿੰਨੀ ਸਵੱਛਤਾ ਹੈ ਤੁਹਾਡੇ ਵਿਚਾਰਾਂ ਵਿੱਚ, ਕਿਤਨਾ ਉਤਾਂ ਉੱਠੇ ਹੋ ਤੁਸੀਂ। ਇਹ ਮਾਡਰਨਿਜ਼ਮ ਹੈ। ਬਾਹਰਲੇ ਵਸਤਰ ਪਾ ਲੈਣੇ ਤੇ ਗੱਲ ਕਰਨ ਦਾ ਪਤਾ ਨਾ ਲੱਗੇ, ਉਹਨੂੰ ਤੁਸੀਂ ਮਾਡਰਨਿਜ਼ਮ ਨਹੀਂ ਕਹਿ ਸਕਦੇ।
ਤੇ ਇੱਕ ਗੁਰਸਿੱਖ ਆਪਣੇ ਬਾਣੇ ਵਿੱਚ ਹੋਵੇ ਤੇ ਉਹ 100 ਬੰਦਿਆਂ ਵਿੱਚ ਬੈਠ ਕੇ ਵੀ ਬਾ ਕਮਾਲ ਗੱਲ ਕਰੇ, that is modernism। ਇਸ ਲਈ ਸੱਚ ਕਹਿ ਰਹੇ ਨੇ, ਯਕੀਨੀ ਤੌਰ ਤੇ ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਆਪਣੇ ਅੰਦਰ ਵਿਸ਼ਵਾਸ ਤੇ ਭਰੋਸਾ ਰੱਖੀਏ। ਜਸਪਿੰਦਰ ਕੌਰ ਜੀ, ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਹੁਣ ਇਸ ਵੇਲੇ ਆਪ ਜੀ ਕਿੱਥੇ ਰਹਿ ਰਹੇ ਹੋ ਤੇ ਕੀ ਕਾਰਜ ਕਰ ਰਹੇ ਹੋ? ਮੈਂ ਇਸ ਵਕਤ ਲੁਧਿਆਣੇ ਵਿੱਚ ਸ਼ਿਮਲਾਪੁਰੀ ਇਲਾਕੇ ਵਿੱਚ ਰਹਿ ਰਹੀ ਹਾਂ, ਜੋ ਕਿ ਇੱਕ ਪਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਹੈ। ਪਿਛਲੇ 5 ਸਾਲਾਂ ਤੋਂ ਇਸ ਇਲਾਕੇ ਵਿੱਚ ਇੱਥੇ ਰਹਿੰਦੇ ਹੋਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਕੇਂਦਰ ਦੀਆਂ ਕਲਾਸਾਂ, ਜੋ ਕਿ ਮੇਰੀ ਰਿਹਾਇਸ਼ ਵਿਖੇ ਚੱਲ ਰਹੀਆਂ ਸੀ, ਜਿਸ ਅਧੀਨ ਕੰਪਿਊਟਰ ਕਲਾਸਾਂ, ਸਪੋਕਨ ਇੰਗਲਿਸ਼ ਦੀਆਂ ਕਲਾਸਾਂ, ਬੱਚਿਆਂ ਲਈ ਕੀਰਤਨ ਤਬਲਾ ਸਿਖਲਾਈ ਦੀ ਕਲਾਸ, ਇਹ ਸਭ ਸੇਵਾਵਾਂ ਉੱਥੇ ਚੱਲ ਰਹੀਆਂ ਸੀ। ਇਸ ਦੇ ਅਧੀਨ ਚਲਦੇ ਚਲਦੇ ਜਦੋਂ ਆਮ ਲੋਕਾਂ ਨਾਲ ਮੇਰਾ ਵਾਹ ਪਿਆ ਤਾਂ ਮੈਨੂੰ ਪਤਾ ਲੱਗਾ ਕਿ ਅੱਜ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਮਾਪੇ ਬਹੁਤ ਚਿੰਤਿਤ ਹਨ। ਸਕੂਲਾਂ ਦੀਆਂ ਫੀਸਾਂ ਪਲੱਸ ਸਕੂਲਾਂ ਦਾ ਰੁਝਾਵ ਕਿਉਂਕਿ ਸਿਰਫ ਫੀਸਾਂ ਪ੍ਰਤੀ ਹੈ, ਇਸ ਕਰਕੇ ਮਾਪੇ ਫੀਸਾਂ ਤੋਂ ਬਾਅਦ ਉਸ ਗੱਲ ਤੋਂ ਵੀ ਪਰੇਸ਼ਾਨ ਨੇ ਔਰ ਔਖੇ ਹੋ ਕੇ ਫੀਸਾਂ ਦੇਂਦੇ ਹੋਏ ਵੀ ਉਹਨਾਂ ਨੂੰ ਪੜ੍ਹਾਈ ਉਸ ਲੈਵਲ ਦੀ ਨਹੀਂ ਮਿਲ ਰਹੀ ਜੋ ਮਿਲਣੀ ਚਾਹੀਦੀ ਹੈ। ਸੋ ਇਹ ਸਾਰਾ ਕੁਝ ਦੇਖਦੇ ਦੇਖਦੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਵੱਖਰੇ ਵੱਖਰੇ ਸਕੂਲਾਂ ਵਿੱਚ ਪੜ੍ਹ ਰਹੇ 60-70 ਬੱਚੇ ਅਸੀਂ ਅਡਾਪਟ ਕੀਤੇ ਹੋਏ ਸੀ, ਜਿਨ੍ਹਾਂ ਦੀ ਫੀਸ ਸੈਂਟਰ ਵੱਲੋਂ ਦਿੱਤੀ ਜਾਂਦੀ ਸੀ। ਇਹਨਾਂ ਸਭ ਸੇਵਾਵਾਂ ਦੇ ਚਲਦੇ ਚਲਦੇ ਜਿਵੇਂ ਜਿਵੇਂ ਅਸੀਂ ਉਹਨਾਂ ਫੀਸਾਂ ਦਿੰਦੇ ਗਏ ਸਕੂਲਾਂ ਵਿੱਚ, ਸਕੂਲਾਂ ਨਾਲ ਸਾਡਾ ਵਾਹ ਵਾਸਤਾ ਵੱਧਦਾ ਗਿਆ ਤੇ ਫਿਰ ਮਹਿਸੂਸ ਹੋਇਆ ਕਿ ਇਹ ਸਭ ਫੀਸਾਂ ਦੇਣ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਬੱਚਿਆਂ ਨੂੰ ਜੋ ਪੜ੍ਹਾਈ ਮਿਲਣੀ ਚਾਹੀਦੀ ਹੈ, ਜੋ ਲੈਵਲ ਐਜੂਕੇਸ਼ਨ ਦਾ ਹੋਣਾ ਚਾਹੀਦਾ, ਉਹ ਨਹੀਂ ਹੈ। ਪਲੱਸ ਇੱਕ ਚੀਜ਼ ਮੈਨੂੰ ਉੱਥੇ ਹੋਰ ਮਹਿਸੂਸ ਹੋਈ ਜਿਹੜੀ ਮੇਰੀ ਪੜ੍ਹਾਈ ਦੇ ਦੌਰਾਨ ਰਹਿ ਗਈ ਸੀ। ਇੱਕ ਤਾਂ ਇਹ ਕਿ ਜਦੋਂ ਅਸੀਂ 10ਵੀਂ ਕਰਕੇ ਨਿਕਲਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕਿਹੜੇ ਸਬਜੈਕਟਸ ਲੈਣੇ ਨੇ, ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਗਾਈਡੈਂਸ ਨਹੀਂ ਮਿਲਦੀ। ਸੋ ਉਸ ਚੀਜ਼ ਨੂੰ ਵੀ ਮੈਂ ਇੱਥੇ ਮਿਸ ਕਰਨਾ ਸ਼ੁਰੂ ਕੀਤਾ ਔਰ ਮੈਨੂੰ ਲੱਗਾ ਕਿ ਇਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਹਨਾਂ ਚੀਜ਼ਾਂ ਦੀ ਜ਼ਿਆਦਾ ਲੋੜ ਮਹਿਸੂਸ ਹੁੰਦੀ ਹੈ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ, ਇਸ ਸਬਜੈਕਟ ਦੇ ਉੱਤੇ ਇਹਨਾਂ ਦੀ ਪ੍ਰੋਪਰ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈ। ਸੋ ਉਹ ਸਾਰੀਆਂ ਚੀਜ਼ਾਂ ਕਰਦੇ ਕਰਦੇ ਮੈਨੂੰ ਲੱਗਾ ਕਿ ਇੱਥੇ ਇੱਕ ਸਕੂਲ ਖੋਲ੍ਹਣ ਦੀ ਲੋੜ ਹੈ। ਮੈਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਪਰਸਨ ਰਾਣਾ ਇੰਦਰਜੀਤ ਸਿੰਘ ਵੀਰ ਜੀ ਨਾਲ ਗੱਲ ਕੀਤੀ ਕਿ ਵੀਰ ਜੀ ਇੱਥੇ ਇੱਕ ਸਕੂਲ ਖੋਲ੍ਹਣ ਦੀ ਲੋੜ ਹੈ। ਅਸੀਂ ਜਿੰਨੀਆਂ ਫੀਸਾਂ ਬਾਹਰ ਭਰ ਰਹੇ ਹਾਂ, ਸਾਡੇ ਬੱਚਿਆਂ ਨੂੰ ਉਹ ਨੌਲੇਜ ਮਿਲ ਨਹੀਂ ਰਹੀ, ਸਾਡਾ ਉੱਥੇ ਨੁਕਸਾਨ ਹੀ ਹੋ ਰਿਹਾ ਹੈ। ਜੇ ਅਸੀਂ ਆਪਣਾ ਸਕੂਲ ਖੋਲ੍ਹ ਲਈਏ, ਅਸੀਂ ਇਸ ਤੋਂ ਵੱਧ ਸੇਵਾ ਵੀ ਕਰ ਸਕਾਂਗੇ ਤੇ ਬੱਚਿਆਂ ਦਾ ਲੈਵਲ ਵੀ ਪੜ੍ਹਾਈ ਦੇ ਵਿੱਚ ਉੱਚਾ ਚੁੱਕ ਸਕਾਂਗੇ। ਤੇ ਵੀਰ ਜੀ ਨੇ ਔਰ ਹੋਰ ਕਾਲਜ ਦੀ ਟੀਮ ਨੇ ਮੇਰੇ ਉਸ ਜੋ ਉਹਨਾਂ ਨੂੰ ਮੈਂ ਇਹ ਸੁਝਾਅ ਦਿੱਤਾ, ਉਸ ਦੇ ਉੱਤੇ ਅਮਲ ਕਰਦਿਆਂ ਹੋਇਆਂ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ। ਹੁਣ ਸਾਡੇ ਲਈ ਮੁਸ਼ਕਿਲ ਵਾਲੀ ਗੱਲ ਇਹ ਸੀ ਕਿ ਇਸ ਸਕੂਲ ਲਈ ਜਗ੍ਹਾ ਦਾ ਇੰਤਜ਼ਾਮ ਕਿੱਥੇ ਕੀਤਾ ਜਾਏ। ਸੋ ਮੇਰੇ ਸਿੰਘ ਸਾਹਿਬ ਨੇ ਤੇ ਮੈਂ ਅਸੀਂ ਰਲ ਕੇ ਸਲਾਹ ਕੀਤੀ ਕਿ ਅਸੀਂ ਇਹਨਾਂ ਨੂੰ ਇਹ ਘਰ ਦੇ ਦਿੰਦੇ ਹਾਂ ਤੇ ਸਾਡੇ ਕੋਲ ਜੋ 200 ਗਜ਼ ਦੀ ਰਿਹਾਇਸ਼ ਸੀ ਉਹਦੇ ਤੇ ਅਸੀਂ ਰਹਿ ਰਹੇ ਸੀ ਔਰ ਉਹੀ ਇੱਕ ਸਾਡੇ ਕੋਲ ਪੂੰਜੀ ਸੀ, ਅਸੀਂ ਉਹ ਜਗ੍ਹਾ ਸਕੂਲ ਨੂੰ ਦੇ ਦਿੱਤੀ। ਇਹ ਠੀਕ ਹੈ ਕਿ ਫਿਰ ਬਾਅਦ ਵਿੱਚ ਇੱਕ 60 ਗਜ਼ ਦਾ ਛੋਟਾ ਮਕਾਨ ਅਸੀਂ ਲੈ ਲਿਆ ਆਪਣੀ ਰਿਹਾਇਸ਼ ਲਈ ਔਰ ਉਹ 200 ਗਜ਼ ਦੀ ਜੋ ਜਗ੍ਹਾ ਸੀ, ਜੋ ਮਕਾਨ ਸੀ, ਉਹਨੂੰ ਪੂਰਾ ਡੈਮੋਲਿਸ਼ ਕਰਕੇ ਉਹਦੇ ਤੇ ਅਸੀਂ 3 ਮੰਜ਼ਿਲਾ ਬਿਲਡਿੰਗ ਖੜੀ ਕੀਤੀ ਔਰ ਉਹਦੇ ਵਿੱਚ ਕਾਲਜ ਦੇ ਕੁਝ ਵੀਰਾਂ ਨੇ ਮਾਇਕ ਜੋ ਲੋੜ ਸੀ ਉਸ ਨੂੰ ਪੂਰਾ ਕੀਤਾ ਤੇ ਇਸ ਤਰ੍ਹਾਂ ਕਰ ਕਰਾ ਕੇ ਅਸੀਂ 2012 ਦੇ ਵਿੱਚ ਅਸੀਂ ਸਕੂਲ ਖੋਲ੍ਹ ਲਿਆ ਔਰ ਅੱਜ ਉੱਥੇ ਗ੍ਰੇਸ ਪਬਲਿਕ ਸਕੂਲ ਨਾਂ ਤੇ ਇਹ ਸਕੂਲ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਬਹੁਤ ਵੱਡੀ ਗੱਲ ਹੈ ਕਿ ਜਿੱਥੇ ਜੀਵਨ ਵਿੱਚ ਇਨਸਾਨ ਅੱਧਾ ਜੀਵਨ ਤੇ ਆਪਣਾ ਘਰ ਬਣਾਉਣ ਵਿੱਚ ਲਵਾ ਦਿੰਦਾ ਹੈ ਕਿ ਮੈਂ ਆਪਣੇ ਲਈ ਆਪਣਾ ਘਰ ਬਣਾਉਣਾ ਹੈ, ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਪਣੇ ਬਣਿਓ ਘਰ ਨੂੰ ਦੇ ਦੇਣਾ ਤਾਂ ਜੋ ਉੱਥੇ ਇੱਕ ਚੰਗਾ ਸਕੂਲ ਖੋਲ੍ਹਿਆ ਜਾ ਸਕੇ, ਤਾਂ ਜੋ ਵੱਖੋ ਵੱਖ ਸਬਜੈਕਟਸ ਨੂੰ ਬੱਚਿਆਂ ਨੂੰ ਸਮਝਾਇਆ ਸਿਖਾਇਆ ਤੇ ਪੜ੍ਹਾਇਆ ਜਾ ਸਕੇ। ਇਹ ਇੱਕ ਬਹੁਤ ਵੱਡੀ ਗੱਲ ਹੈ। ਆਪਣੀ ਪੂੰਜੀ ਜਿੱਥੇ ਲਾਈ ਹੋਵੇ, ਇਨਸਾਨ ਨੂੰ ਉਸ ਚੀਜ਼ ਨਾਲ ਬਹੁਤ ਮੋਹ ਪਿਆਰ ਹੋ ਜਾਂਦਾ ਹੈ। ਆਪਣੇ ਘਰ ਨੂੰ ਕੋਈ ਛੱਡਦਾ ਨਹੀਂ, ਪਰ ਸਲੂਟ ਟੂ ਦਿਸ ਕਪਲ ਜਿਨ੍ਹਾਂ ਨੇ ਆਪਣਾ ਘਰ ਹੀ ਆਪਣੇ ਅਕੈਡਮੀ ਲਈ ਦੇ ਦਿੱਤਾ।
ਤੇ ਆਪ ਉਸ ਤੋਂ ਕਿਤੇ ਛੋਟੇ ਘਰ ਵਿੱਚ ਆਪਣੀ ਰਹਾਇਸ਼ ਰੱਖੀ ਹੈ। ਆਪ ਜੀ ਦੇ ਪਰਿਵਾਰ ਵਿੱਚ ਆਪ ਜੀ ਦੇ ਨਾਲ ਕੌਣ-ਕੌਣ ਹੈ? ਪਰਿਵਾਰ ਵਿੱਚ ਮੇਰੇ ਸਿੰਘ ਸਾਹਿਬ ਤੇ ਇੱਕ ਬੇਟਾ ਹੈ। ਜੀ। ਸਿੰਘ ਸਾਹਿਬ ਆਟੋ ਦਾ ਕੰਮ ਵੈਸੇ ਕਰਦੇ ਹਨ। ਉਹਨਾਂ ਦੀ ਸਕੂਲ ਟਰਾਂਸਪੋਰਟ ਹੈ। ਜੀ। ਤੇ ਬੇਟਾ ਅਮਿਤੇਸ਼ਵਰ ਸਿੰਘ 4th ਕਲਾਸ ਵਿੱਚ ਪੜ੍ਹਦਾ ਹੈ। ਅਗਲਾ ਸਵਾਲ ਜੋ ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਸਾਨੂੰ ਗੁਰੂ ਤੇ ਅਥਾਹ ਵਿਸ਼ਵਾਸ ਹੈ, ਆਪ ਜੀ ਨੂੰ ਵੀ ਹੈ, ਮੈਨੂੰ ਵੀ ਹੈ, ਬਹੁਤਿਆਂ ਨੂੰ ਹੈ, ਪਰ ਕਿਤੇ ਕਿਤਾਈ ਅਸੀਂ ਡੋਲ ਜਾਂਦੇ ਹਾਂ। ਜਿਸ ਤਰ੍ਹਾਂ ਆਪ ਜੀ ਨੇ ਆਪਣਾ ਘਰ ਤੱਕ ਦੇ ਦਿੱਤਾ, ਸਮਰਪਣ ਦੀ ਭਾਵਨਾ ਹੈ ਇਹ ਕਿ ਇਹ ਸਕੂਲ ਗ੍ਰੇਸ ਪਬਲਿਕ ਸਕੂਲ ਜੋ ਤੁਸੀਂ ਚਲਾ ਰਹੇ ਹੋ ਕਿ ਉਹ ਚੱਲਦਾ ਰਹੇ, ਪਰ ਕਈ ਵਾਰੀ ਅਸੀਂ ਬਹੁਤ ਡੋਲ ਜਾਂਦੇ ਹਾਂ। ਸਾਡੀ ਸੋਚ ਜੋ ਹੈ ਅਸੀਂ ਉਹਨੂੰ ਪਿਛਾਂਹ ਨੂੰ ਮੋੜ ਲੈਂਦੇ ਹਾਂ ਕਿ ਨਹੀਂ, ਇਹ ਸ਼ਾਇਦ ਨਹੀਂ ਹੋ ਸਕੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਆਪਣੇ ख्वाब ਨੂੰ, ਆਪਣੇ ਡ੍ਰੀਮ ਨੂੰ, ਜਾਂ ਜੋ ਸਾਡੀ ਸੋਚ ਹੈ, ਸਾਨੂੰ ਆਪਣੀ ਮੰਜ਼ਿਲ ਜਾਂ ਉਸ ਵੱਲ ਚੱਲ ਜੋ ਰਾਹ ਜਾਂਦੇ ਨੇ ਉਹਨਾਂ ਤੋਂ ਡਰ ਜਾਂ ਖੌਫ ਦੀ ਵਜ੍ਹਾ ਕਰਕੇ ਸਾਨੂੰ ਉਹਨਾਂ ਰਾਹਾਂ ਤੋਂ ਹਟ ਜਾਣਾ ਚਾਹੀਦਾ? ਨਹੀਂ, ਅਗਰ ਕਦੀ-ਕਦੀ ਇਸ ਤਰ੍ਹਾਂ ਦਾ ਖਿਆਲ ਆਉਂਦਾ ਵੀ ਹੈ ਤਾਂ ਮੈਂ ਆਪਣੇ ਸਿੰਘ ਸਾਹਿਬ ਨੂੰ ਇੱਕ ਗੱਲ ਕਹਿੰਦੀ ਹਾਂ ਕਿ ਆਓ ਚਲੀਏ ਸਕੂਲ ਤੇ ਉਹ ਛੋਟੇ-ਛੋਟੇ ਬੱਚੇ ਦੇਖੀਏ ਜੋ ਪੜ੍ਹ ਨਹੀਂ ਸਕਦੇ ਸੀ। ਅੱਜ ਉਹਨਾਂ ਦੇ ਮਾਪੇ ਸਾਡੇ ਲਈ ਇੰਨਾ ਧੰਨਵਾਦ ਕਰਦੇ ਨੇ ਵੀ ਇਹਨਾਂ ਬੱਚਿਆਂ ਦੀ ਤੁਸੀਂ ਜ਼ਿੰਦਗੀ ਬਣਾਈ ਹੈ। ਸੋ ਜਦੋਂ ਉਹਨਾਂ ਬੱਚਿਆਂ ਦੀਆਂ ਅਚੀਵਮੈਂਟਸ ਅਸੀਂ ਦੇਖਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਇਹ ਜੋ ਇੱਕ ਛੋਟਾ ਜਿਹਾ ਘਰ ਅਸੀਂ ਦਿੱਤਾ ਹੈ ਇਹ ਉਸਦੇ ਅੱਗੇ ਕੁਝ ਵੀ ਨਹੀਂ। ਉਹ ਅਚੀਵਮੈਂਟਸ ਇੰਨੀਆਂ ਵੱਡੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਆਪਣੀ ਕੁਰਬਾਨੀ ਲੱਗਦੀ ਨਹੀਂ ਵੀ ਅਸੀਂ ਕੁਝ ਦਿੱਤਾ ਹੈ। ਸਤਿਗੁਰੂ ਤੇ ਵਿਸ਼ਵਾਸ ਕਰਕੇ ਤੁਸੀਂ ਚੱਲੇ ਹੋ, ਤੁਸੀਂ ਆਪਣੇ ਰਾਹ ਆਪ ਚੁਣੇ ਨੇ। ਮੰਜ਼ਿਲ ਤੁਹਾਡੀ ਕੀ ਹੈ? ਕਿੱਥੇ ਪਹੁੰਚਣਾ ਚਾਹੁੰਦੇ ਹੋ? ਕੀ ਕਰਨਾ ਚਾਹੁੰਦੇ ਹੋ? ਮੰਜ਼ਿਲ ਇਹੀ ਹੈ ਕਿ ਜ਼ਿੰਦਗੀ ਵਿੱਚ ਜਿੰਨੇ ਵੱਧ ਤੋਂ ਵੱਧ ਬੱਚਿਆਂ ਦੀ ਜ਼ਿੰਦਗੀ ਬਣ ਜਾਏ, ਕਿਉਂਕਿ ਮੈਂ ਆਪ ਉਸ ਚੀਜ਼ ਵਿੱਚ ਪਿੱਛੇ ਰਹਿ ਗਈ ਸੀ ਜੀ। ਘਰ ਦੀ ਮਾਇਕ ਹਾਲਤ ਕਰਕੇ, ਗਾਈਡੈਂਸ ਨਾ ਮਿਲਣ ਕਰਕੇ, ਕੁਝ ਕਰਨਾ ਕਰਕੇ ਜੋ ਮੈਂ ਪਿੱਛੇ ਰਹਿ ਗਈ ਸੀ, ਮੈਂ ਉਸ ਚੀਜ਼ ਨੂੰ ਹੁਣ ਅੱਜ ਕੌਮ ਦੇ ਇਹਨਾਂ ਬੱਚਿਆਂ ਵਿੱਚ ਪੂਰੀ ਕਰਨਾ ਚਾਹੁੰਦੀ ਹਾਂ। ਤੁਹਾਡੇ ਕੋਲ ਸਕੂਲ ਵਿੱਚ ਕਿੰਨੇ ਬੱਚੇ ਨੇ? ਇਸ ਵਕਤ ਸਕੂਲ ਦਾ ਤੀਸਰਾ ਸੈਸ਼ਨ ਚੱਲ ਰਿਹਾ ਹੈ ਤੇ ਅਸੀਂ 300 ਦੇ ਕਰੀਬ ਸਟਰੈਂਥ ਪੂਰੀ ਕਰ ਚੁੱਕੇ ਹਾਂ। ਕੀ ਤੁਹਾਡਾ ਸਕੂਲ ਫ੍ਰੀ ਆਫ ਕਾਸਟ ਚੱਲ ਰਿਹਾ ਕਿ ਇਹ ਨਿਸ਼ਕਾਮ ਸੇਵਾ ਹੈ? ਕਿਵੇਂ ਚਲਾ ਰਹੇ ਹੋ? ਫੀ ਸਟਰਕਚਰ ਹੈ ਜੀ, ਲੇਕਿਨ ਆਲੇ ਦੁਆਲੇ ਜੋ ਸਕੂਲ ਚੱਲ ਰਹੇ ਨੇ, ਜੋ ਕੰਪੈਰੀਟਿਵਲੀ ਫੀ ਸਟਰਕਚਰ ਚੱਲ ਰਿਹਾ ਹੈ ਜੀ, ਉਸ ਦੇ ਕੰਪੈਰੀਜ਼ਨ ਫੀ ਸਟਰਕਚਰ ਕਾਫੀ ਘੱਟ ਹੈ। ਔਰ ਮਜ਼ੇ ਦੀ ਗੱਲ ਇਹ ਹੈ ਕਿ ਇੱਥੇ ਜੋ ਐਜੂਕੇਸ਼ਨ ਦੀ ਘਾਟ ਨੂੰ ਮਹਿਸੂਸ ਕਰਕੇ ਮੈਂ ਸਕੂਲ ਖੋਲ੍ਹਿਆ ਸੀ, ਉਸ ਚੀਜ਼ ਨੂੰ ਅਸੀਂ ਅਚੀਵ ਕੀਤਾ ਹੈ। ਜਦੋਂ ਬੱਚਿਆਂ ਦੇ ਰਿਜ਼ਲਟਸ ਦੇਖੀਦੇ ਨੇ, ਬੱਚਿਆਂ ਦੀ ਇੰਪਰੂਵਮੈਂਟ ਦੇਖੀਦੀ ਹੈ ਤੇ ਆਪਣੇ ਆਪ ਨੂੰ ਸ਼ਾਬਾਸ਼ ਦੇਣ ਨੂੰ ਦਿਲ ਕਰਦਾ ਹੈ ਕਿ ਵਾਕਈ ਅਸੀਂ ਜੋ ਕੀਤਾ ਸੀ, ਜੋ ਸੋਚ ਕੇ ਚੱਲੇ ਸੀ ਇਸ ਰਾਹ ਤੇ, ਉਹ ਅਸੀਂ ਅਚੀਵ ਕੀਤਾ ਹੈ। ਜਦ ਇਨਸਾਨ ਨੂੰ ਇਹ ਲੱਗਦਾ ਹੈ ਕਿ ਜੋ ਮੈਂ ਸੋਚਿਆ ਸੀ ਉਹ ਮੈਂ ਕਰ ਸਕਿਆ ਹਾਂ, ਜਾਂ ਅੱਧ ਤੱਕ ਪਹੁੰਚ ਗਿਆ ਹਾਂ, ਜਾਂ ਇਹ ਅਸੀਂ ਸੋਚ ਲਈਏ ਕਿ ਹੁਣ ਮੰਜ਼ਿਲ ਦੂਰ ਨਹੀਂ, ਤੇ ਵਾਕਈ ਹੀ ਕਿਉਂਕਿ ਅਸੀਂ ਆਮ ਇਨਸਾਨ ਹਾਂ, ਸਾਨੂੰ ਉਸ 'ਤੇ ਗਰਵ ਮਹਿਸੂਸ ਹੁੰਦਾ ਹੈ, ਸਾਨੂੰ ਉਸ 'ਤੇ ਖੁਸ਼ੀ ਹੁੰਦੀ ਹੈ ਕਿਉਂਕਿ ਸਤਿਗੁਰੂ ਨੇ ਕਿਰਪਾ ਕੀਤੀ ਹੁੰਦੀ ਹੈ। ਕਰ ਤੇ ਸਭ ਕੁਛ ਉਹੀ ਰਿਹਾ ਹੈ, ਪਰ ਸਾਨੂੰ ਆਪਣੀ ਮਿਹਨਤ 'ਤੇ ਫਖਰ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਮਾਣ ਮਹਿਸੂਸ ਹੁੰਦਾ ਹੈ। ਤੇ ਉਹ ਮਾਣ ਫਿਰ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਰਹਿ ਜਾਂਦਾ, ਉਹ ਮਾਣ ਸਾਰੇ ਪੰਥ ਦਾ ਹੋ ਜਾਂਦਾ ਹੈ, ਕਮਿਊਨਿਟੀ ਦਾ ਹੋ ਜਾਂਦਾ ਹੈ, ਇਲਾਕਾ ਨਿਵਾਸੀਆਂ ਦਾ ਹੋ ਜਾਂਦਾ ਹੈ ਕਿ ਹਾਂ, ਇਸ ਇਲਾਕੇ ਵਿੱਚ ਆਹ ਕੰਮ ਹੋ ਰਿਹਾ ਹੈ ਤੇ ਇਸ ਨੂੰ ਅੰਜਾਮ ਇਹ ਬੀਬੀ ਦੇ ਰਹੀ ਹੈ। ਅਸੀਂ ਗੱਲਬਾਤ ਕਰ ਰਹੇ ਹਾਂ ਬੀਬੀ ਜਸਪਿੰਦਰ ਕੌਰ ਜੀ ਨਾਲ, ਜੋ ਇੱਕ ਸਕੂਲ ਚਲਾ ਰਹੇ ਨੇ ਜਿਸ ਵਿੱਚ ਤਕਰੀਬਨ 300 ਬੱਚਾ ਵਿਦਿਆ ਹਾਸਲ ਕਰ ਰਿਹਾ ਹੈ। ਇਸ ਰਾਹ ਵਿੱਚ ਹੁਣ ਤੱਕ ਦੇ ਜੀਵਨ ਵਿੱਚ ਕੀ ਮੈਂ ਜਾਣ ਸਕਦੀ ਹਾਂ ਤੁਹਾਡੇ ਆਈਡਲ ਕੌਣ ਨੇ? ਕਿਹਨਾਂ ਨੂੰ ਤੁਸੀਂ ਆਪਣੀ ਨਜ਼ਰ ਮੂਹਰੇ ਰੱਖਦੇ ਹੋ? ਉਹ ਕਿਹੜੀ ਸ਼ਖਸੀਅਤ ਹੈ ਜਿਸ ਤੋਂ ਤੁਸੀਂ ਮੁਤਾਸਰ ਹੋ? ਇਸ ਸਵਾਲ ਦਾ ਜਵਾਬ ਪਿਛਲੇ 5 ਸਾਲਾਂ ਤੋਂ ਜੋ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਨਾਲ ਮੇਰਾ ਵਾਹ ਵਾਸਤਾ ਪਿਆ ਤੇ ਜੋ ਮੈਂ ਉੱਥੋਂ ਸਿੱਖਿਆ, ਉਹੀ ਮੇਰੇ ਆਈਡਲਸ ਨੇ ਤੇ ਉਹਨਾਂ ਨਾਲ ਰਲ ਕੇ ਹੀ ਮੈਂ ਇਹ ਕੰਮ ਕਰ ਰਹੀ ਹਾਂ। ਉਹਨਾਂ ਦੇ ਸਹਿਯੋਗ ਬਿਨਾਂ ਨਾ ਇਹ ਸਕੂਲ ਖੁੱਲ੍ਹਣਾ ਸੀ
ਤੇ ਨਾ ਹੀ ਮੇਰੇ ਅੰਦਰ ਸਕੂਲ ਖੋਲਣ ਦੀ ਤਾਂਘ ਪੈਦਾ ਹੋਣੀ ਸੀ। ਇਹ ਸਾਰਾ ਕੁਝ ਮੈਂ ਉੱਥੋਂ ਸਿੱਖਿਆ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਪੂਰਾ ਕਰ ਰਹੀ ਹਾਂ। ਕਾਲਜ ਦੇ ਚੇਅਰਪਰਸਨ ਰਾਣਾ ਇੰਦਰਜੀਤ ਸਿੰਘ ਜੀ, ਕਾਲਜ ਦੇ ਵਿੱਚ ਪੜ੍ਹਾ ਰਹੇ ਇੱਕ ਪ੍ਰੋਫੈਸਰ ਨੇ ਭੈਣ ਜੀ ਮਨਰਾਜ ਕੌਰ ਜੀ, ਭਾਈ ਸਾਹਿਬ ਸਿੰਘ ਜੀ, ਪ੍ਰੋਫੈਸਰ ਸਰਦਾਰ ਪ੍ਰਭਸ਼ਰਨ ਸਿੰਘ ਜੀ, ਇਹ ਕੁਝ 4-5 ਵੀਰ ਇਦਾਂ ਦੇ ਨੇ ਜਿਨ੍ਹਾਂ ਨੇ ਰਲ ਕੇ ਮੇਰੀ ਸੋਚ ਨੂੰ ਇੱਥੇ ਤੱਕ ਪਹੁੰਚਾਇਆ ਜੀ। ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਅਸੀਂ ਕਈ ਵਾਰੀ ਅੜ ਜਾਂਦੇ ਹਾਂ। ਕੋਈ ਘਰੇ ਗੱਲ ਹੋ ਗਈ, ਬਾਹਰ ਹੋ ਗਈ, ਅਸੀਂ ਉੱਥੇ ਅੜੇ ਰਹਿ ਜਾਂਦੇ ਹਾਂ ਔਰ ਉਹ ਨਿੱਕੀਆਂ-ਨਿੱਕੀਆਂ ਉਲਝਣਾਂ ਦੇ ਵਿੱਚ ਅਸੀਂ ਸਾਰੀ ਜ਼ਿੰਦਗੀ ਗਵਾ ਬੈਠਦੇ ਹਾਂ ਜੀ। ਪਰ ਮੈਨੂੰ ਕਾਲਜ ਤੋਂ ਜਾ ਕੇ ਇਹ ਸਮਝ ਆਈ ਕਿ ਨਿੱਕੀਆਂ-ਨਿੱਕੀਆਂ ਉਲਝਣਾਂ ਤੋਂ ਨਿਕਲਣ 'ਚ ਆਪ ਨੂੰ ਹੀ ਫਾਇਦਾ ਹੈ। ਔਰ ਦੂਸਰਾ, ਜੋ ਗੁਰਬਾਣੀ ਦੇ ਅਰਥ ਮੈਂ ਉੱਥੋਂ ਜਾ ਕੇ ਸਮਝਣੇ ਸ਼ੁਰੂ ਕੀਤੇ। ਗੁਰਬਾਣੀ ਪੜ੍ਹਦੀ ਤਾਂ ਮੈਂ ਸ਼ੁਰੂ ਤੋਂ ਸੀ, ਪਰ ਜਦੋਂ ਉਸਨੂੰ ਵਿਚਾਰਨਾ ਸ਼ੁਰੂ ਕੀਤਾ, ਜਿਵੇਂ ਮੈਨੂੰ ਇੱਕ ਤੁਕ ਯਾਦ ਹੈ ਜੋ ਮੈਨੂੰ ਪਹਿਲੀ ਵਾਰੀ ਕਿਸੇ ਨੇ ਵਿਸਥਾਰ ਨਾਲ ਦੱਸੀ, ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗਨ ਚਲੀਏ। ਔਰ ਇਸ ਤੁਕ ਤੇ ਮੈਂ ਜਿਵੇਂ-ਜਿਵੇਂ ਚੱਲਣਾ ਸ਼ੁਰੂ ਕੀਤਾ, ਮੈਨੂੰ ਲੱਗਦਾ ਮੇਰੀ ਜ਼ਿੰਦਗੀ ਬਦਲ ਗਈ। ਜਦੋਂ ਕਦੀ ਵੀ ਘਰ ਵਿੱਚ, ਬਾਹਰ ਕਿਤੇ ਵੀ ਕੋਈ ਉਲਝਣ ਹੁੰਦੀ ਸੀ ਤਾਂ ਮੈਂ ਇਸ ਤੁਕ ਨੂੰ ਸਾਹਮਣੇ ਰੱਖ ਕੇ ਸੋਚਦੀ ਸੀ ਕਿ ਅਵਗੁਣ ਛੱਡ ਦੇਣੇ ਨੇ, ਗੁਣ ਲੈ ਕੇ ਅੱਗੇ ਚੱਲ ਪੈਣਾ ਹੈ। ਤੇ ਸੋ ਇਦਾਂ ਕਰਦੇ ਕਰਦੇ ਅੱਜ ਮੰਜ਼ਿਲ ਇੱਥੇ ਤੱਕ ਮੈਂ ਪਹੁੰਚ ਗਈ। ਇੱਕ ਚੀਜ਼ ਮੈਂ ਕਾਲਜ ਤੋਂ ਹੋਰ ਸਿੱਖੀ ਕਿ ਪਰਮਾਤਮਾ ਦਾ ਹਰ ਹਾਲਤ ਵਿੱਚ ਅਸੀਂ ਸ਼ੁਕਰ ਹੀ ਕਰਨਾ ਹੈ। ਵਾਹਿਗੁਰੂ ਜੀ। ਅਸੀਂ ਜਦੋਂ ਸ਼ਿਕਾਇਤ ਵਿੱਚ ਹੁੰਦੇ ਹਾਂ ਤੇ ਅਸੀਂ ਬਹੁਤ ਸਾਰੀਆਂ ਬਰਕਤਾਂ ਨੂੰ ਆਪ ਹੀ ਖੁੰਝਾ ਲੈਂਦੇ ਹਾਂ, ਔਰ ਜਦੋਂ ਅਸੀਂ ਸ਼ੁਕਰ ਵਿੱਚ ਹੁੰਦੇ ਹਾਂ ਤੇ ਜੋ ਹੈ ਉਹ ਤੇ ਮਿਲਿਆ ਹੀ ਹੋਇਆ, ਉਸ ਤੋਂ ਇਲਾਵਾ ਅਸੀਂ ਬਹੁਤ ਕੁਝ ਹੋਰ ਨਵਾਂ ਲੱਭ ਲੈਂਦੇ ਹਾਂ। ਸੋ ਉਹ ਸ਼ੁਕਰ ਕਰਨਾ ਜਦੋਂ ਸਿੱਖਿਆ ਤੇ ਜ਼ਿੰਦਗੀ ਵਿੱਚ ਲੱਗਦਾ ਬਹੁਤ ਸਾਰੀਆਂ ਬਰਕਤਾਂ ਆਈਆਂ। ਇੱਕ ਕੀਮਤੀ ਤੇ ਵਡਮੁੱਲੇ ਵਿਚਾਰ ਆਪ ਜੀ ਸੁਣ ਰਹੇ ਹੋ ਬੀਬੀ ਜਸਪਿੰਦਰ ਕੌਰ ਜੀ ਦੀ ਜ਼ੁਬਾਨ ਤੋਂ। ਕਿਉਂਕਿ ਹਰ ਪ੍ਰੋਗਰਾਮ ਦਾ ਇੱਕ ਸਮਾਂ ਨਿਸ਼ਚਿਤ ਹੈ ਤੇ ਸਾਡੇ ਲਈ ਵੀ ਇਸ ਪ੍ਰੋਗਰਾਮ ਲਈ ਇੱਕ ਸਮਾਂ ਨਿਸ਼ਚਿਤ ਹੈ। ਉਸ ਸਮੇਂ ਦੇ ਵਿੱਚ ਰਹਿੰਦਿਆਂ, ਕਿਉਂਕਿ ਹੁਣ ਕੁਝ ਹੀ ਪਲਾਂ ਵਿੱਚ ਆਪ ਜੀ ਤੋਂ ਇਜਾਜ਼ਤਾਂ ਲੈਣੀਆਂ ਨੇ, ਮੈਂ ਚਾਹਾਂਗੀ ਕਿ ਮੁੜ ਪਤਾ ਨਹੀਂ ਕਦੋਂ ਮੇਲ ਹੋਵੇ, ਕਦੋਂ ਨਾ ਹੋਵੇ। ਜਾਂਦੇ ਜਾਂਦੇ ਬੀਬੀ ਜਸਪਿੰਦਰ ਕੌਰ ਜੀ ਤੋਂ ਇਹਨਾਂ ਦੇ ਵਿਚਾਰ, ਖਿਆਲ ਇੱਕ ਮੈਸੇਜ ਦੇ ਰੂਪ ਵਿੱਚ ਆਓ ਸੁਣੀਏ ਕਿ ਇਹ ਕੀ ਕਹਿਣਾ ਚਾਹੁੰਦੇ ਨੇ। ਮੈਸੇਜ ਇਹ ਹੈ ਕਿ ਅਸੀਂ ਜਦੋਂ ਵੀ ਆਪਣੀਆਂ ਜ਼ਰੂਰਤਾਂ, ਅੱਜ ਸਮੇਂ ਦੀ ਲੋੜ ਮੁਤਾਬਿਕ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਆਪਣੇ ਆਪ ਨੂੰ ਨਹੀਂ ਮਹਿਸੂਸ ਕਰਦੇ ਜੀ। ਔਰ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਤਾਂ ਅਸੀਂ ਆਲੇ ਦੁਆਲੇ ਦੀ ਸੋਚ ਨੂੰ ਬਿਲਕੁਲ ਨਕਾਰ ਦਿੰਦੇ ਹਾਂ ਕਿ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਅਸੀਂ ਬਾਕੀਆਂ ਤੋਂ ਕੀ ਲੈਣਾ ਹੈ। ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਮਾਜ ਨੂੰ ਥੋੜਾ ਜਿਹਾ ਵਕਤ ਵੀ ਦਈਏ, ਸਮਾਜ ਲਈ ਕੁਝ ਵੀ ਚੰਗਾ ਕਰਨ ਦਾ ਸੋਚੀਏ ਜੀ, ਤਾਂ ਆਪਣੀਆਂ ਜ਼ਰੂਰਤਾਂ ਨਾਲ ਦੇ ਨਾਲ ਆਪਣੇ ਆਪ ਪੂਰੀਆਂ ਹੋ ਜਾਂਦੀਆਂ ਨੇ। ਪਤਾ ਵੀ ਨਹੀਂ ਲੱਗਦਾ ਕਦੋਂ ਉਹ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ। ਤੇ ਉਸ ਤੋਂ ਇਲਾਵਾ ਜੋ ਸੰਤੁਸ਼ਟੀ, ਜੋ ਇੱਕ ਆਤਮ ਵਿਸ਼ਵਾਸ ਸਾਨੂੰ ਮਿਲਦਾ ਹੈ, ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਬਾਕੀ ਬੱਚਿਆਂ ਲਈ ਇੱਕ ਖਾਸ ਮੈਸੇਜ ਇਹ ਹੈ ਕਿ ਬੱਚੇ ਰੱਜ ਕੇ ਪੜ੍ਹਨ ਔਰ ਹਰ ਸਬਜੈਕਟ ਵਿੱਚ ਐਕਸੈਲ ਕਰਨ। ਅੱਜ ਨੈੱਟ ਤੇ ਬਹੁਤ ਕੁਝ ਅਵੇਲੇਬਲ ਹੈ ਜੀ, ਬੱਚੇ ਉਸ ਦਾ ਫਾਇਦਾ ਉਠਾਉਣ। ਇੰਗਲਿਸ਼ ਅੱਜ ਸਮੇਂ ਦੀ ਲੋੜ ਬਣ ਗਈ ਹੈ। ਸਭ ਤੋਂ ਪਹਿਲਾਂ ਧਿਆਨ ਇਸ ਵੱਲ ਦੇਣ ਤੇ ਆਪਣੇ ਸਬਜੈਕਟਸ ਵਿੱਚ ਮੁਹਾਰਤ ਹਾਸਿਲ ਕਰਨ। ਜਿਹੜੀ ਵੀ ਪੜ੍ਹਾਈ ਕਰਨ, ਆਪਣੇ ਸ਼ੌਂਕ ਨੂੰ ਦੇਖ ਕੇ ਐਕਸੈਲ ਕਰਦੇ ਹੋਏ ਅੱਗੇ ਜਾਣ। ਤੇ ਇੱਕ ਬੱਚੇ ਕੈਰੀਅਰ ਕਾਉਂਸਲਿੰਗ ਜ਼ਰੂਰ ਲੈ ਕੇ ਅੱਗੇ ਜਾਣ। ਕਈ ਵਾਰੀ ਅਸੀਂ ਦੇਖਦੇ ਹਾਂ ਇਸ ਬੱਚੇ ਦੇ ਨੰਬਰ 80% ਹਨ, ਇਸ ਬੱਚੇ ਦੇ ਨੰਬਰ 90% ਹਨ, ਇਹਨੂੰ ਮੈਡੀਕਲ ਲੈਣਾ ਚਾਹੀਦਾ ਹੈ, ਇਹਨੂੰ ਆਰਟਸ ਲੈਣਾ ਚਾਹੀਦਾ ਹੈ। ਸੋ ਇਦਾਂ ਦੀ ਅਸੀਂ ਸੋਚ ਵਿੱਚ ਨਾ ਜਾਈਏ। ਅਸੀਂ ਆਪਣੇ ਸ਼ੌਂਕ, ਆਪਣੇ ਹੁਨਰ ਨੂੰ ਦੇਖਦੇ ਹੋਏ ਆਪਣੇ ਸਬਜੈਕਟਸ ਚੂਜ਼ ਕਰੀਏ ਤਾਂ ਕਿ ਅਸੀਂ ਜਿਹੜਾ ਵੀ ਸਟਰੀਮ ਲੈ ਕੇ ਅੱਗੇ ਚੱਲੀਏ ਉਸ ਵਿੱਚ ਅਸੀਂ ਐਕਸੈਲ ਕਰ ਸਕੀਏ। ਪ੍ਰੋਗਰਾਮ ਦੇ ਅੰਤ ਵਿੱਚ ਮੈਂ ਫਤਿਹ ਟੀਵੀ ਦਾ, ਇਸ ਪ੍ਰੋਗਰਾਮ ਨੂੰ ਚਲਾ ਰਹੇ ਭੈਣ ਜੀ ਦਾ, ਬਾਕੀ ਟੀਮ ਮੈਂਬਰਸ ਦਾ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੈਂ ਆਪਣਾ ਵਿਚਾਰ ਦੇ ਪਈ। ਧੰਨਵਾਦ ਇਹਨਾਂ ਸਾਡਾ ਕੀਤਾ ਹੈ, ਪਰ ਮੈਂ ਸੋਚਦੀ ਹਾਂ ਧੰਨਵਾਦ ਅਸੀਂ ਇਹਨਾਂ ਦਾ ਕਰਦੇ ਹਾਂ ਜੋ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ ਨੇ ਤੇ ਆਪਣੇ ਵਿਚਾਰ ਸਭਨਾਂ ਨਾਲ ਸਾਂਝੇ ਕੀਤੇ ਨੇ।
ਫਤਿਹ ਟੀਵੀ ਦੇ ਮਾਧਿਅਮ ਰਾਹੀਂ ਆਪ ਜੀ ਵੇਖ ਰਹੇ ਹੋ ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਤੇ ਅੱਜ ਆਪ ਜੀ ਨਾਲ ਮੁਲਾਕਾਤ ਕਰਵਾਈ ਹੈ ਅਸੀਂ ਬੀਬੀ ਜਸਪਿੰਦਰ ਕੌਰ ਜੀ ਨਾਲ, ਜਿਨ੍ਹਾਂ ਦੱਸਿਆ ਕਿ ਅੱਜ ਸਾਡੇ ਬੱਚਿਆਂ ਨੂੰ ਕੀ ਸਟਰੀਮ ਲੈਣੀ ਹੈ, ਕੀ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਉਸ ਤੋਂ ਪਹਿਲਾਂ ਦ੍ਰਿੜ ਨਿਸ਼ਚਾ ਐਂਡ ਟੂ ਵਰਕ ਟੂਵਰਡਸ ਐਕਸਲੈਂਸ ਇਜ਼ ਮੋਰ ਇੰਪੋਰਟੈਂਟ ਦੈਨ ਐਨੀਥਿੰਗ। ਜਿੱਥੇ ਸਾਨੂੰ ਗੁਰਮੁਖੀ ਆਉਣੀ ਚਾਹੀਦੀ ਹੈ ਉੱਥੇ ਤਾਂ ਸਾਨੂੰ ਉਸ ਦੇ ਨਾਲ ਕੁਝ ਇੱਕ ਹੋਰ ਜ਼ੁਬਾਨਾਂ ਵੀ ਸਿੱਖਣੀਆਂ ਚਾਹੀਦੀਆਂ ਨੇ। ਮਾਣ ਸਤਿਕਾਰ ਸਭਨਾਂ ਨੂੰ ਦਿਓ। ਕਈ ਲੈਂਗੁਏਜਸ ਇੰਟਰਨੈਸ਼ਨਲ ਨੇ ਤੇ ਜਦ ਸਾਨੂੰ ਉਹਨਾਂ ਤੇ ਮਹਾਰਤ ਹਾਸਲ ਹੁੰਦੀ ਹੈ ਤੇ ਅਸੀਂ ਦੇਸਾਂ ਪ੍ਰਦੇਸਾਂ ਵਿੱਚ ਜਿੱਥੇ ਵੀ ਜਾਈਏ ਉੱਥੇ ਫਿਰ ਸਾਨੂੰ ਕਿਸੇ ਦਾ ਮੂੰਹ ਨਹੀਂ ਤੱਕਣਾ ਪੈਂਦਾ। ਇਹ ਨਹੀਂ ਅਸੀਂ ਕਹਿ ਸਕਦੇ ਕਿ ਸਾਨੂੰ ਤੇ ਗੱਲ ਹੀ ਨਹੀਂ ਸਮਝ ਆਈ। ਖਾਲਸਾ ਬਹੁਤ ਸੁਜਾਨ ਹੈ, ਖਾਲਸਾ ਬਹੁਤ ਸਿਆਣਾ ਹੈ, ਚਤੁਰ ਹੈ। ਇਹ ਸਭ ਕੁਝ ਸਿੱਖ ਸਕਦਾ ਹੈ, ਇਹ ਸਭ ਸਮਝਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਇਸੇ ਤਰ੍ਹਾਂ ਹੀ ਆਪਣੇ ਆਪ ਨੂੰ ਹੋਰ ਵੱਧ ਤੋਂ ਵੱਧ ਇੰਟੈਲੀਜੈਂਟ ਤੇ ਇਸ ਦੇ ਨਾਲ ਵਰਕਿੰਗ ਟੂਵਰਡਸ ਦ ਬੈਟਰਮੈਂਟ ਆਫ ਆਰ ਕਮਿਊਨਿਟੀ ਐਂਡ ਫॉर ਆਰ ਰਿਲੀਜਨ ਆਪਾਂ ਸਾਰੇ ਰਲ ਕੇ ਹੀ ਇਸ ਵੱਲ ਹੰਭਲਾ ਮਾਰੀਏ ਤੇ ਇਕੱਠੇ ਹੋ ਕੇ ਤੁਰੀਏ ਤਾਂ ਫਿਰ ਉਸ ਤੋਂ ਬਾਅਦ ਕਦੀ ਇਹ ਖਿਆਲ ਨਾ ਆਵੇ ਕਿ ਪੰਥ ਕਿੱਧਰ ਨੂੰ ਜਾ ਰਿਹਾ ਹੈ, ਬੱਚੇ ਕਿਉਂ ਵਿਗੜ ਰਹੇ ਨੇ, ਗਿਰਾਵਟ ਕਿਉਂ ਆ ਰਹੀ ਹੈ, ਪਤਿਤਪੁਣਾ ਕਿਉਂ ਵੱਧ ਰਿਹਾ ਹੈ। ਇਹ ਸਭ ਕੁਝ ਖਤਮ ਕਰ ਦਈਏ। ਹੱਥ ਵਸ ਸਾਡੇ ਆਪਣੇ ਹੀ ਹੈ ਜੇ ਅਸੀਂ ਸਾਰੇ ਹੀ ਮਾਵਾਂ ਅਧਿਆਪਕ ਬਣ ਜਾਣ ਤੇ ਬੱਚੇ ਚੰਗੇ ਸਿਖਿਆਰਥੀ ਬਣ ਜਾਣ। ਇਤਨੇ ਹੀ ਸ਼ਬਦਾਂ ਨਾਲ ਭੁੱਲਾਂ ਗਲਤੀਆਂ ਦੀ ਖਿਮਾ ਮੰਗਦੇ ਹੋਏ ਹੁਣ ਆਪ ਜੀ ਤੋਂ ਇਜਾਜ਼ਤ ਚਾਹਾਂਗੇ। ਮੁੜ ਫਿਰ ਦਰਸ਼ਨ ਹੋਣਗੇ। ਤਦ ਤੱਕ ਲਈ ਇਜਾਜ਼ਤ ਦਿਓ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।